महला पहला। नानक मेर शरीर का एक रथवाओ, जुग जुग फेर वटाए ज्ञानी बुझे ताए। सतजुग रथ संतोख का, धर्म अगैरथवा। त्रेते रथ जतय का, जोर अगैरथवा। द्वापुर रथ तपे का, सत अगैरथवाओ। कल जुग रथ अगन का, कूड़ अगैरथवाओ। आसा दी वार दी ਇਹ 13ਵੀਂ ਪੌੜੀ, ਜਿਸ ਦੇ ਨਾਲ ਉਚਾਰਨ ਕੀਤੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੋ ਮਹਾਨ ਸ਼ਲੋਕ। ਇੱਕ ਸ਼ਲੋਕ प्रथम, नानक मेर शरीर का एक रथवा। प्राचीन मिथिहासिक कहानियां नाल कुछ संबंध रखता है और उसकी चर्चा करके साहिब श्री गुरु नानक देव जी महाराज हकीकत, असलीयत, सच्चाई जगत के सामने उजागर करते हैं। जिस तरह कुंट चार ने प्राचीन धर्म ग्रंथ वेद चार ने, इसी तरीके दे नाल विद्वानां ने युगां दी जिहड़ी बनतर, युगां दी जिहड़ी वंड है, वो भी चार ही नहीं है। चारां नूं गैदा नाम भी दिते हैं। जो मौजूदा दौर चल रहा है कलयुग, इस तो अगला दूजा युग द्वापुर, दूजापुर, त्रेता तीजापुर, सतयुग इब्तिदा शुरुआत। द्वापुर दे अखरी अर्थ दूजापुर करिए तो फिर गिणती कलयुग तो ही करनी पैंदी है, न कि सतयुग तो। क्योंकि सतयुग तो गिणती करिए तो फिर त्रेता तीजा युग, द्वापुर दूजापुर, दूजापुर द्वापुर की गिणती ताई सही सामने आती है जे गणत आरंभ करिए कल युग तो। साहिब श्री गुरु नानक देव जी महाराज ने इन्हां चार युगां दी बनतर बारे, होई वंड बारे अपनी जिहड़ी विचार दिती है, वो इस पावन पवित्र श्लोक विच दर्ज है। नानक मेर शरीर का एक रथवा, मेर मेरू मणका। माला दे जिहड़ा सिरमौर मणका हुंदा है, ਉਹਨੂੰ ਕਹਿੰਦੇ ਨੇ ਮੇਰੂ। ਪਰਬਤਾਂ ਦੇ ਚੋਂ ਜਿਹੜਾ ਸਿਰਮੌਰ ਪਰਬਤ ਹੈ ਸਾਡੇ ਦੇਸ਼ ਦੇ ਵਿੱਚ, ਉਹਨੂੰ ਮੇਰੂ ਸੁਮੇਰ ਪਰਬਤ ਕਰਕੇ ਕਹਿੰਦੇ ਨੇ। ਜਿਸ ਤਰ੍ਹਾਂ ਪਰਬਤਾਂ ਦੇ ਚੋਂ ਸੁਮੇਰ ਸਿਰਮੌਰ ਹੈ, ਮਾਲਾ ਦੇ ਮਣਕਿਆਂ ਦੇ ਚੋਂ ਮੇਰੂ ਮਣਕਾ ਸਿਰਮੌਰ ਹੈ, ਇਸੇ ਤਰੀਕੇ ਨਾਲ तमाम ਜਗਤ ਜੀਵਨ ਦੇ ਵਿੱਚ ਮਨੁੱਖ ਜਿਹੜਾ ਹੈ ਇਹ ਸਿਰਮੌਰ ਹੈ, ਇਹ ਮੇਰੂ ਹੈ। मनुखा शरीर जिहड़ा है ये मेरू है, सुमेर परबत दी न्याई है या माला दे सिरमौर मणकियां दे चों है। माला दे अनेकां मणके ने, संसार दी इस जीवन माला दे अनेकां जीव जंत ने, कीड़े मकोड़े, पशु पंछी, वृक्ष इत्यादि। इन्हां परोए होए मणकियां दे चों मनुखी मणका सिरमौर मणका है, मेरू मणका है। महाराज कहंदे ने नानक मेर शरीर का, ये जो मेरू शरीर है, मेरा जिहड़ा सिरमौर शरीर है, एक रथ वाओ। इस शरीर नूं, इस जीवन नूं चलाण वाला बकायदा एक रथ है और एक रथ वाओ है, रथ नूं खिंचण वाला है। एक रथ ते एक रथ नूं खिंचण वाला। दरअसल ये जीवन सामने जो लक्ष्य रख लेंदा है ते लक्ष्य की पूर्ति का जो साधन जुटांदा है, उसे नूं सतगुरुदेव जी महाराज ने रथ कहा है। ते रथ नूं खिंचण वाला। रथ की जिस साधन दे नाल लक्ष्य की प्राप्ति हो, वो जो लक्ष्य है वो खिंचण वाला, और जिहड़े साधन ने वो रथ ने। साहिब श्री गुरु नानक देव जी महाराज फरमान करते हैं,
ਨਾਨਕ ਮੇਰ ਸਰੀਰ ਕਾ ਇੱਕ ਰਥ ਵਾਓ। ਇਹ ਜਿਹੜਾ ਮੇਰੂ ਸਰੀਰ ਹੈ, ਇਹਨੂੰ ਬਕਾਇਦਾ ਇੱਕ ਚਲਾਉਣ ਵਾਲਾ ਹੈ। ਕੌਣ ਚਲਾਉਣ ਵਾਲਾ ਹੈ? ਮਹਾਰਾਜ ਕਹਿੰਦੇ ਨੇ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਝੇ ਤਾਂ। ਪ੍ਰਾਚੀਨ ਸਮੇਂ 'ਚ ਐਸਾ ਹੁੰਦਾ ਸੀ ਕਿ ਰੱਥ ਨੂੰ ਜਿਹੜੇ ਘੋੜੇ ਖਿੱਚਦੇ ਨੇ, ਤਾਂ ਕੁਛ ਯਾਤਰਾ ਤੈਅ ਹੋਣ ਤੋਂ ਬਾਅਦ ਘੋੜੇ ਬਦਲ ਦਿੱਤੇ ਜਾਂਦੇ ਹਨ, ਤਾਂ ਕਿ ਜਿਹੜੇ ਪਹਿਲੇ ਘੋੜੇ ਥੱਕ ਗਏ ਨੇ ਉਹਨਾਂ ਨੂੰ ਵਿਸ਼ਰਾਮ ਮਿਲੇ, ਦੂਜੇ ਖਿੱਚਣ। ਅੱਜ ਅਸੀਂ ਇਸ ਆਧੁਨਿਕ ਯੁੱਗ ਦੇ ਵਿੱਚ, ਵਿਗਿਆਨਕ ਯੁੱਗ ਦੇ ਵਿੱਚ ਦੇਖਦੇ ਹਾਂ, ਰੇਲ ਦਾ ਇੱਕ ਇੰਜਨ ਕਾਫੀ ਦੂਰ ਚੱਲਣ ਤੋਂ ਬਾਅਦ ਜਦ ਗਰਮ ਹੁੰਦਾ ਹੈ, ਬਦਲ ਦਿੰਦੇ ਨੇ, ਦੂਜਾ ਲਾ ਦਿੰਦੇ ਨੇ। ਹੂ ਬਹੂ ਪ੍ਰਾਚੀਨ ਸਮੇਂ 'ਚ ਐਸਾ ਹੁੰਦਾ ਸੀ ਕਿ ਲੰਬੀ ਯਾਤਰਾ ਵਿੱਚ ਜਦ ਦੋ ਘੋੜੇ ਰੱਥ ਨੂੰ ਖਿੱਚਦਿਆਂ ਥੱਕ ਗਏ ਤਾਂ ਘੋੜੇ ਬਦਲ ਦਿੱਤੇ ਜਾਂਦੇ ਸਨ। ਪ੍ਰਾਚੀਨ ਸਮੇਂ 'ਚ ਰਾਜੇ ਮਹਾਰਾਜਿਆਂ ਦੇ ਦੌਰ ਵਿੱਚ, ਮੁਗਲ ਸ਼ਹਿਨਸ਼ਾਹਾਂ ਦੇ ਦੌਰ ਵਿੱਚ ਐਸਾ ਹੁੰਦਾ ਰਿਹਾ। ਮਹਾਰਾਜ ਕਹਿੰਦੇ ਨੇ, ਇਸ ਰੱਥ ਦੇ ਜਿਹੜੇ ਰਥਵਾਓ ਨੇ, ਰੱਥ ਨੂੰ ਖਿੱਚਣ ਵਾਲੇ ਨੇ, ਜੁਗ ਜੁਗ ਫੇਰ ਵਟਾਈਏ, ਹਰ ਯੁੱਗ ਦੇ ਵਿੱਚ ਬਦਲਦੇ ਰਹੇ ਨੇ, ਵਟਦੇ ਰਹੇ ਨੇ, ਦੂਜੇ ਆਂਦੇ ਰਹੇ ਨੇ, ਤੀਜੇ ਆਂਦੇ ਰਹੇ ਨੇ। ਰਥ ਉਹੀ ਸੀ, ਖਿੱਚਣ ਵਾਲੇ ਹੋਰ ਬਣ ਜਾਂਦੇ ਰਹੇ ਨੇ। ਰੱਥ ਨੂੰ ਖਿੱਚਣ ਦੇ ਸਾਧਨ ਨਵੇਂ ਤੋਂ ਨਵੇਂ ਬਣਦੇ ਗਏ। ਗਿਆਨੀ ਬੁੱਝੇ ਤਾਂ। ਮਹਾਰਾਜ ਕਹਿੰਦੇ ਨੇ, ਪਰ ਇਸ ਭੇਦ ਨੂੰ ਕੋਈ ਆਤਮ ਗਿਆਨੀ ਹੀ ਸਮਝੇ ਜਾਏ। ਜਿਹਦੇ ਕੋਲ ਵਿਚਾਰਸ਼ੀਲ ਬੁੱਧ ਹੈ, ਉਹੀ ਸਮਝਾ। ਬੁੱਧ ਤੇ ਸਾਰਿਆਂ ਕੋਲ ਹੈ, ਪਰ ਵਿਚਾਰਸ਼ੀਲ ਬੁੱਧ ਕਿਸੇ ਕੋਲ ਹੈ। ਅੱਖਾਂ ਤੇ ਸਾਰਿਆਂ ਕੋਲ ਨੇ, ਪਰ ਵੇਖਣ ਵਾਲੀਆਂ ਅੱਖਾਂ ਕਿਸੇ ਕੋਲ ਨੇ। ਸਾਫ਼ ਕਹਿ ਦਿੱਤਾ ਹੈ ਇਕਬਾਲ ਨੇ, ਦਿਲ ਬੀਨਾ ਵੀ ਕਰ ਖੁਦਾ ਸੇ ਤलब, ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਤੂੰ ਈਸ਼ਵਰ ਤੋਂ, ਪਰਮਾਤਮਾ ਤੋਂ ਉਸ ਅੱਖ ਦੀ ਤਲਬ ਕਰ ਜੋ ਜ਼ਿੰਦਗੀ ਹਕੀਕਤ ਨੂੰ ਵੇਖ ਸਕੇ, ਜੀਵਨ ਦੇ ਗਹਿਰੇ ਤਲ ਵਿੱਚ ਦਾਤ ਮਾਰ ਸਕੇ, ਸੰਸਾਰ ਦੀਆਂ ਬਾਰੀਕੀਆਂ ਨੂੰ ਵੇਖ ਸਕੇ। ਇਹ ਅੱਖ ਅਸਥੂਲ ਤੇ ਬਹੁਤ ਕੁਝ ਵੇਖ ਲੈਂਦੀ ਏ, ਬਾਰੀਕ ਨਹੀਂ। ਔਰ ਸਤਸੰਗ ਕਰਦਿਆਂ ਜਦ ਮਨੁੱਖ ਨੂੰ ਕੁਝ ਸੂਖਸ਼ਮ ਵਿਚਾਰਾਂ ਦਾ ਪਤਾ ਚੱਲਦਾ ਹੈ ਤੇ ਸਹਿਜੇ ਸਹਿਜੇ ਮਤ ਬਾਰੀਕ ਹੁੰਦੀ ਏ, ਤਾਂ ਅੱਖ ਨੂੰ ਬਾਰੀਕੀਆਂ ਦੇਖਣ ਦੀ ਸਮਰੱਥਾ ਪ੍ਰਾਪਤ ਹੋ ਜਾਂਦੀ ਹੈ। ਸਭ ਕਹਿੰਦੇ ਨੇ, ਇਹ ਰਾਜ਼ ਕੋਈ ਗਿਆਨੀ ਹੀ ਬੁੱਝਦਾ ਹੈ ਕਿ ਹਰ ਯੁੱਗ ਦੇ ਵਿੱਚ ਰਥਵਾਓ ਬਦਲਦੇ ਨੇ, ਘੋੜੇ ਬਦਲਦੇ ਨੇ, ਰੱਥ ਨੂੰ ਖਿੱਚਣ ਵਾਲੇ ਬਦਲਦੇ ਨੇ। ਇਹ ਜਿਹੜਾ ਪਾਵਨ ਪਵਿੱਤਰ ਸ਼ਲੋਕ ਹੈ, ਇਸ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਾਰਾਂ ਦੇ ਵਿੱਚ ਬਕਾਇਦਾ ਅਨੁਵਾਦ ਕੀਤਾ ਹੈ। ਆਪ ਕਹਿੰਦੇ ਨੇ, ਸਤਜੁਗ रथ संतोख का धर्म आगे रथवा। जैसे साहिब श्री गुरु नानक देव जी महाराज की यह पंक्ति भाई साहब भाई गुरदास जी इस नूं अपने ढंग नाल बयान करते हैं। आप कहते हैं, फिर वटाइए ज्ञानी बुझे तां। वास्तविक हर युग विच जीवन नूं खिच्चण दे साधन, जीवन नूं बतीत करन दे साधन, जीवन दे लक्ष्य बदलते रहे। पर आप कहते हैं, ज्ञानी होए मरम को पावे। कोई ज्ञानी सूझवान ही इस भेद नूं समझदा है, इस भेद नूं जानदा है। साहिब श्री गुरु नानक देव जी महाराज का फरमान, सतगुर रथ संतोख का। रथ की है जिन्हों खिंचना है घोड़िया ने। सतयुग की आप व्याख्या करते हैं। सतयुग किसनों कहोगे? सतयुग दरअसल एक मानसिक मंडल का नाम है, जीवन शैली का नाम है। इस मौजूदा दौर विच भी कुछ मनुख ऐसे होणगे जिन्होंने असीं कह सकते हैं ये सतयुग ही ने। कुछ ऐसे होणगे जिन्होंने आखना पेगा ये त्रेते युग के जीव ने, और कुछ द्वापर युग के जीव ने, ते कुछ एक नूं ऐसा आखना पेगा ये कलयुगी जीव ने। क्योंकि बहु गिणती कलयुगी जीवां दी है, इस वास्ते मौजूदा दौर नूं कलयुग आख्या गया, बहु गिणती करके, बहुसमती करके। सतयुग की व्याख्या करते हुए महाराज कहते ने, जद जिंदगी दा लक्ष्य धर्म होवे
ਤੇ ਪ੍ਰਾਪਤੀ ਦਾ ਸਾਧਨ ਸੰਤੋਖ ਹੋਵੇ ਤੇ ਜੀਵਨ ਇਸ ਢੰਗ ਨਾਲ ਬਤੀਤ ਹੋ ਰਿਹਾ ਹੋਵੇ, ਬਸ ਉਹ ਜੀਵ ਸਤਜੁਗੀ ਹੈ। ਹੋਰ ਕੋਈ ਸਤਜੁਗੀ ਵਿਆਖਿਆ ਨਹੀਂ ਹੈ। ਗੁਰੂ ਨਾਨਕ ਦੀ ਇਹਨਾਂ ਹੀ ਬਾਰੀਆਂ ਨੂੰ ਸਮਝਣ ਲਈ ਬਹੁਤ ਵਿਚਾਰਸ਼ੀਲ ਬੁੱਧ ਚਾਹੀਦੀ ਹੈ। ਇਹੀ ਕਾਰਨ ਹੈ ਕਿ ਇਸ ਦੇਸ਼ ਦੇ ਵਿੱਚ ਗੁਰੂ ਨਾਨਕ ਪੂਰੇ ਤੌਰ ਤੇ ਸਮਝੇ ਨਹੀਂ ਗਏ, ਕਿਉਂਕਿ ਗੁਰੂ ਨਾਨਕ ਪਰੰਪਰਾਵਾਦੀ ਨਹੀਂ ਨੇ। ਗੁਰੂ ਨਾਨਕ ਲਕੀਰ ਦੇ ਫਕੀਰ ਨਹੀਂ ਨੇ। ਗੁਰੂ ਨਾਨਕ ਮੱਖੀ ਤੇ ਮੱਖੀ ਨਹੀਂ ਮਾਰਦੇ। ਕਹਿੰਦੇ ਨੇ ਸ਼ੇਰ ਆਪਣਾ ਰਸਤਾ ਆਪ ਬਣਾਉਂਦਾ ਹੈ। ਗੁਰੂ ਨਾਨਕ ਪਰੰਪਰਾ ਦੀ ਨਹੀਂ ਸਨ, ਲਕੀਰ ਦੇ ਫਕੀਰ ਨਹੀਂ। ਉਹਨਾਂ ਨੇ ਆਪਣਾ ਮਾਰਗ ਆਪ ਬਣਾਇਆ ਔਰ ਜਗਤ ਦੇ ਸਾਹਮਣੇ ਰੱਖਿਆ ਕਿ ਜੀਵਨ ਇਸ ਢੰਗ ਨਾਲ ਬਤੀਤ ਕਰਨਾ ਹੈ। ਜਦ ਜ਼ਿੰਦਗੀ ਦਾ ਲਕਸ਼ ਧਰਮ ਹੋਵੇ, ਭਾਵ ਜੀਵਨ ਨੂੰ ਮਰਿਆਦਾ ਵਿੱਚ ਰੱਖਣਾ, ਜੀਵਨ ਨੂੰ ਤਰਤੀਬ ਦੇਣੀ ਹੈ। ਬੋਲਣਾ ਮਰਿਆਦਾ ਵਿੱਚ, ਵੇਖਣਾ ਮਰਿਆਦਾ ਵਿੱਚ, ਸੁਣਨਾ ਮਰਿਆਦਾ ਵਿੱਚ, ਸੋਚਣਾ ਮਰਿਆਦਾ ਵਿੱਚ, ਕਰਨਾ ਮਰਿਆਦਾ ਵਿੱਚ, ਖਾਣਾ ਮਰਿਆਦਾ ਵਿੱਚ, ਪੀਣਾ ਮਰਿਆਦਾ ਵਿੱਚ, ਸੋਣਾ ਮਰਿਆਦਾ ਵਿੱਚ, ਜਾਗਣਾ ਮਰਿਆਦਾ ਵਿੱਚ। ਜ਼ਿੰਦਗੀ ਹਰ ਕਰਮ ਦਿੱਤੇ ਜਦ ਮਰਿਆਦਾ ਦੀ ਛਾਪ ਲੱਗ ਜਾਏ ਤਾਂ ਉਸਨੂੰ ਆਖਿਆ ਜਾਂਦਾ ਹੈ ਇਹ ਬੰਦਾ ਧਾਰਮਿਕ ਹੈ। ਜਦ ਕੋਈ ਜ਼ਿੰਦਗੀ ਦਾ ਲਕਸ਼ ਧਰਮ ਰੱਖਦਾ ਹੈ ਤਾਂ ਸਾਹਿਬ ਕਹਿੰਦੇ ਨੇ ਪ੍ਰਾਪਤੀ ਦਾ ਸਾਧਨ ਫਿਰ ਸੰਤੋਖ ਹੀ ਹੈ। ਬਿਨਾਂ ਸੰਤੋਖ ਤੋਂ ਕੋਈ ਧਾਰਮਿਕ ਹੋ ਨਹੀਂ ਸਕਦਾ, ਧਰਮ ਦੇ ਲਕਸ਼ ਦੀ ਪ੍ਰਾਪਤੀ ਕਰ ਨਹੀਂ ਸਕਦਾ। ਜੀਵ ਨੂੰ ਮਰਿਆਦਾ ਉਹੀ ਦਿਸੇਗਾ ਜਿਹਦੇ ਕੋਲ ਸੰਤੋਖ ਹੈ। ਸੰਤੋਖ ਹੀ ਨਹੀਂ ਤਾਂ ਫਿਰ ਹਰ ਇੰਦਰਾ ਬੇਕਾਬੂ ਹੋਵੇਗਾ। ਵੇਖਣਾ ਮਰਿਆਦਾ ਵਿੱਚ ਨਹੀਂ ਹੋਵੇਗਾ। ਤ੍ਰਿਸ਼ਨਾਲੂ ਤੇ ਵਾਸ਼ਨਾ ਗ੍ਰਸਤ ਅੱਖਾਂ ਕਿੱਥੇ ਮਰਿਆਦਾ ਦੇ ਚਾਹੁੰਦੀਆਂ ਨੇ, ਉਹ ਕੁਝ ਹੋਰ ਹੀ ਦੇਖਦੀਆਂ ਨੇ। ਔਰ ਇਸੇ ਤਰੀਕੇ ਨਾਲ ਲੋਭ ਤੇ ਸੰਸਾਰ ਦੇ ਵਿਖੇ ਨਾਦ ਦੇ ਰਸ ਵਿੱਚ ਗ੍ਰਸ ਹੋਏ ਕੰਨ ਕਿੱਥੇ ਮਰਿਆਦਾ ਦੇ ਸੁਣਦੇ ਨੇ, ਬੇਮਰਿਆਦਾ ਹੋ ਜਾਂਦੇ ਨੇ। ਔਰ ਲੋਭ ਗ੍ਰਸੀ ਇਹ ਰਸਨਾ ਕਿੱਥੇ ਮਰਿਆਦਾ ਵਿੱਚ ਖਾਈ ਪੀਂਦੀ ਹੈ, ਬੇਮਰਿਆਦਾ ਹੋ ਜਾਂਦੀ ਹੈ। ਸਾਹਿਬ ਕਹਿੰਦੇ ਨੇ ਸੰਤੋਖ ਹੀ ਜੀਵਨ ਨੂੰ ਮਰਿਆਦਾ ਦਿੰਦਾ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਸਲੀ ਤ੍ਰਿਪਤੀ, ਅਸਲੀ ਰਜੇਵਾਂ ਵੀ ਮਨੁੱਖ ਨੂੰ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦ ਸੰਤੋਖ ਆਵੇ। ਬਿਨਾਂ ਸੰਤੋਖ ਨਹੀਂ ਕੋ ਰਾਜੇ। ਕੋਈ ਕਿਸੇ ਪਦਾਰਥ ਤੋਂ ਰਜ ਨਹੀਂ ਸਕਦਾ। ਹਾਂ, ਸੰਤੋਖ ਨੇ ਰਜੇਵਾਂ ਦੇ ਦੇਣਾ, ਸੰਤੋਖ ਨੇ ਤ੍ਰਿਪਤੀ ਦੇ ਦੇਣੀ ਹੈ, ਸੰਤੋਖ ਨੇ ਆਨੰਦ ਦੇ ਦੇਣਾ ਹੈ। ਸਾਹਿਬ ਕਹਿੰਦੇ ਨੇ ਜਦ ਕੋਈ ਜ਼ਿੰਦਗੀ ਦਾ ਲਕਸ਼ ਧਰਮ ਰੱਖਦਾ ਹੈ ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੈ। ਸਤਯੁਗ ਯੁਗਾਂ ਦਾ ਆਦ ਹੈ। ਇੰਜ ਕਹਿ ਲੋ ਮਨੁੱਖ ਦਾ ਆਦ ਕੀ ਹੈ? ਬਚਪਨਾ। ਬਚਪਨੇ ਤੋਂ ਹੀ ਇਹ ਜੀਵਨ ਆਦ ਹੁੰਦਾ ਹੈ। ਔਰ ਬਕਾਇਦਾ ਸਹੀ ਰੂਪ ਦੇ ਵਿੱਚ ਆ ਵੇਖੀਏ ਤਾਂ ਫਿਰ ਮਾਤਾ ਦਾ ਗਰਭ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਮਾਤਾ ਦੇ ਗਰਭ ਦੇ ਵਿੱਚ ਜੀਵ ਬ੍ਰਹਮ ਗਿਆਨੀ ਹੈ। ਜੀਵ ਦਾ ਮਨ ਟਿਕਿਆ ਹੋਇਆ ਹੈ, ਜੀਵ ਸਮਾਧੀ ਦੇ ਵਿੱਚ ਹੈ। ਧਿਆਨ ਨੂੰ ਖਿੰਡਾਉਣ ਦੇ ਕੋਈ ਸਾਧਨ ਨਹੀਂ। ਧਿਆਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਸਪਰਸ਼ ਕਰਕੇ, ਕੁਝ ਚੱਖ ਕੇ, ਕੁਝ ਸੂੰਘ ਕੇ। ਇੰਦਰੀਆਂ ਦੇ ਇਹ ਸਾਰੇ द्वार ਗਰਭ ਕਾਲ ਦੇ ਵਿੱਚ ਬੰਦ ਨੇ। ਮਨੁੱਖ ਨੇ ਵੱਡੇ ਹੋ ਕੇ ਜਦ ਸਮਾਧੀ ਦੀ ਤਮੰਨਾ ਕੀਤੀ ਹੈ, ਪਰਮ ਵਿਸ਼ਰਾਮ ਦੀ ਤਮੰਨਾ ਕੀਤੀ ਹੈ, ਤਾਂ ਤਮੰਨਾ ਉਸੇ ਚੀਜ਼ ਦੀ ਕੀਤੀ ਜਾ ਸਕਦੀ ਹੈ ਜਿਸ ਦਾ ਕਿ ਅਨੁਭਵ ਹੋਵੇ, ਜਿਸ ਦਾ ਕਿ ਬੋਧ ਹੋਵੇ। ਤਾਂ ਸਮਾਧੀ ਦਾ ਬੋਧ ਮਨੁੱਖ ਨੂੰ ਹੈ, ਇੱਕ ਨੂੰ ਹੈ। ਪਰਮ ਵਿਸ਼ਰਾਮ ਦਾ ਬੋਧ ਮਨੁੱਖ ਨੂੰ ਹੈ ਔਰ ਹਰ ਇੱਕ ਨੂੰ ਹੈ। ਪਰਮ ਆਨੰਦ ਦਾ ਬੋਧ ਹਰ ਪ੍ਰਾਣੀ ਨੂੰ ਹੈ। ਲੇਕਿਨ ਉਹ ਪਰਮ ਆਨੰਦ ਪ੍ਰਾਪਤ ਕਿਵੇਂ ਹੋਵੇ ਇਹ ਬੋ ਨਹੀਂ। ਲੇਕਿਨ ਪਰਮ ਆਨੰਦ ਇਸ ਦੇ ਕੋਲ ਸੀ, ਖੋ ਗਿਆ। ਜੰਮਦਿਆਂ ਹੀ ਖੋ ਗਿਆ, ਜਨਮ ਲੈਂਦਿਆਂ ਹੀ ਖੋ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਰੋਵੇ ਰਤਨ ਗਵਾਏ ਕੇ, ਮਾਇਆ ਮੋਹ ਹਨੇਰ ਗੁਬਾਰਾ, ਉਹ ਰੋਵੇ ਦੁੱਖ ਆਪਣਾ, ਹੱਸ ਹੱਸ ਗਾਵੇ ਸਭ ਪਰਿਵਾਰਾ। ਡਾਕਟਰ ਕਹਿੰਦੇ ਕਿ ਜੰਮਦਿਆਂ ਜੋ ਬੱਚਾ ਰੋਂਦਾ ਹੈ ਇਹ ਪ੍ਰਾਕਿਰਤਿਕ ਹੈ। ਰੋਣਾ ਚਾਹੀਦਾ ਹੈ ਤਾਂ ਹੀ ਇਸ ਦਾ ਕੰਠ ਖੁੱਲ੍ਹੇਗਾ। ਰੋਣਾ ਜ਼ਿੰਦਗੀ ਦੀ ਨਿਸ਼ਾਨੀ ਹੋਵੇਗਾ। ਰੋਣ ਦੇ ਨਾਲ ਉਹਦੇ ਸਵਾਸਾਂ ਦੀ ਗਤੀ ਬਕਾਇਦਾ ਰੂਪ ਵਿੱਚ ਜੋ ਹੈ ਚਲੇਗੀ। ਧਾਰਮਿਕ ਪੁਰਸ਼ ਕੁਛ ਹੋਰ ਹੀ ਕਹਿੰਦੇ ਨੇ, ਭਾਈ ਗੁਰਦਾਸ ਕੁਛ ਹੋਰ ਕਹਿੰਦੇ ਨੇ। ਭਾਈ ਗੁਰਦਾਸ ਕਹਿੰਦੇ ਨੇ ਕਿ ਮਾਤਾ ਦੇ ਗਰਭ ਦੇ ਵਿੱਚ ਇਹ ਬੱਚਾ ਸਮਾਧੀ ਦੇ ਵਿੱਚ ਸੀ। ਮਾਤਾ ਦੇ ਗਰਭ ਦੇ ਵਿੱਚ ਇਹ ਬੱਚਾ
ਪਰਮ ਧਿਆਨ ਦੇ ਸੀ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵੀ ਬਕਾਇਦਾ ਇਸ ਨੂੰ ਮੰਨਿਆ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਗੁਰੂ ਨਾਨਕ ਦੇਵ ਮਹਾਰਾਜ ਦਾ ਕਹਿਣਾ ਕਿ ਭਾਵੇਂ ਉਲਟਾ ਹੈ, ਇਹ ਮਾਤਾ ਦੇ ਗਰਭ ਦੇ ਵਿੱਚ ਧਿਆਨ ਪ੍ਰਮਾਤਮਾ 'ਚ ਜੁੜਿਆ ਹੋਇਆ ਹੈ, ਸਮਾਧੀ ਦੇ 'ਚ ਹੈ, ਪਰਮ ਆਨੰਦ ਦੇ 'ਚ ਹੈ, ਪਰਮ ਰਸ ਦੇ 'ਚ ਹੈ। ਵਿਗਿਆਨਕ ਬਾਹਰ ਗਰਭ ਕਾਲ ਦੀ ਅਵਸਥਾ ਬਣਾ ਰਹੇ ਨੇ, ਉਹਨਾਂ ਨੇ ਐਸੇ ਗੁੰਬਦ ਬਣਾਏ ਨੇ, ਔਰ ਉਸ ਦੇ 'ਚ ਉਹ ਪਾਣੀ ਹੈ ਜੋ ਮਾਤਾ ਦੇ ਗਰਭ ਦੇ 'ਚ ਪਾਣੀ ਹੁੰਦਾ। ਜਿਤਨਾ ਉਸ ਦੇ 'ਚ ਨਮਕ ਹੈ, ਜਿਤਨੀ ਉਸ ਦੇ 'ਚ ਗਰਮਾਈ ਹੈ, ਗਰਭ ਕਾਲ ਦੇ 'ਚ ਬੱਚਾ ਤੈਰਦਾ ਹੈ। ਹੂ ਬਾਉ ਇਸ ਤਰ੍ਹਾਂ ਦੇ ਗਰਭ ਬਾਰ ਬਣਾ ਕੇ ਮਨੁੱਖ ਨੂੰ ਉਸ ਦੇ 'ਚ ਰੱਖਿਆ ਗਿਆ ਹੈ, ਔਰ तमाम ਸਾਧਨ ਉਹੀ ਜਟਾਏ ਗਏ ਨੇ ਜਿਹੜੇ ਕਿ ਮਾਤਾ ਦੇ ਗਰਭ ਦੇ 'ਚੋਂ ਕਹਿੰਦੇ ਨੇ ਮਨੁੱਖ ਨੇ ਕੁਝ ਰਸ ਮਹਿਸੂਸ ਕੀਤਾ ਹੈ, ਮਨੁੱਖ ਨੇ ਕੁਝ ਆਨੰਦ ਮਹਿਸੂਸ ਕੀਤਾ ਹੈ, ਮਨੁੱਖ ਨੇ ਕੁਝ ਵਿਸ਼ਰਾਮ ਮਹਿਸੂਸ ਕੀਤਾ ਹੈ। ਇਹ ਵਿਸ਼ਰਾਮ ਕੁਦਰਤੀ ਹੈ, ਰੱਬ ਨੂੰ ਜੀਵ ਨੂੰ ਮਿਲਿਆ ਹੈ। ਜਨਮ ਹੋਇਆ ਤੇ ਜੰਮਦਿਆਂ ਕੀ ਹੋਇਆ, ਧਿਆਨ ਖਿੰਡ ਗਿਆ। ਕੁਝ ਅੱਖਾਂ ਖੁੱਲੀਆਂ ਵੇਖਿਆ, ਕੁਝ ਕੰਨਾਂ ਦੇ 'ਚ ਨਗ ਪਏ, ਕੁਝ ਸਰੀਰ ਨੇ ਸਪਰਸ਼ ਕੀਤਾ, ਬਾਅਦ ਦੇ 'ਚ ਰਸਨਾ ਨੇ ਦੁੱਧ ਚਖਿਆ, ਉਹਦਾ ਸਵਾਦ ਮਾਣਿਆ, ਧਿਆਨ ਖਿੰਡਿਆ। ਧਿਆਨ ਦੇ ਖਿੰਡਦਿਆਂ ਹੀ ਬੱਚਾ ਰੋ ਪਿਆ। ਸਾਇੰਸ ਕੁਛ ਹੋਰ ਕਹਿੰਦੀ ਹੈ, ਧਰਮ ਕੁਛ ਹੋਰ ਕਹਿੰਦਾ ਹੈ। ਇਹ ਜੰਮਦਿਆਂ ਜੋ ਰੋਇਆ ਹੈ, ਬਸ ਸਮਾਧੀ ਇਸ ਕੋਲ ਛਿਨ ਗਈ, ਪਰਮ ਰਸ ਇਸ ਦੇ ਕੋਲ ਛਿਨ ਗਿਆ। ਹੁਣ ਸਾਰੀ ਜ਼ਿੰਦਗੀ ਮਨੁੱਖ ਸਮਾਧੀ ਹੀ ਲੱਭਦਾ ਹੈ। ਇਹ ਗੱਲ ਵੱਖਰੀ ਹੈ, ਕਦੀ ਧਨ ਦੇ ਸਮਾਧੀ ਲੱਭਦਾ ਹੈ, ਕਦੀ ਪੁੱਤਰਾਂ ਦੇ ਆਨੰਦ ਲੱਭਦਾ ਹੈ, ਕਦੀ ਪਰਿਵਾਰ ਦੇ ਚ ਵਿਸ਼ਰਾਮ ਲੱਭਦਾ ਹੈ, ਕਦੀ ਖਾਣਿਆਂ ਪੀਣਿਆਂ ਦੇ ਚ ਰਸ ਲੱਭਦਾ ਹੈ, ਕਦੀ ਸੰਸਾਰ ਦੇ ਕੌਤਕਾਂ ਦੇ ਚ ਉਹ ਪਰਮ ਸਮਾਧੀ ਲੱਭਦਾ ਹੈ। ਪਰ ਸਮਾਧੀ ਜਿੱਥੇ ਹੈ ਉਹ ਉੱਥੇ ਨਹੀਂ ਲੱਭਦਾ। ਜਿਸ ਢੰਗ ਨਾਲ ਖੋਈ ਹੈ ਉਸੇ ਢੰਗ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਮਨੁੱਖ ਜਿਸ ਦੁਆਰ ਤੋਂ ਘਰ ਤੋਂ ਬਾਹਰ ਹੈ, ਉਸੇ ਦੁਆਰ ਦੇ ਚ ਅੰਦਰ ਪ੍ਰਵੇਸ਼ ਕਰ ਸਕੇਗਾ। ਜਿਨ੍ਹਾਂ ਦਰਵਾਜ਼ਿਆਂ ਦੇ ਰਾਹੀਂ ਧਿਆਨ ਬਾਹਰ ਗਿਆ ਹੈ, ਹੁਣ ਉਹਨਾਂ ਹੀ ਦਰਵਾਜ਼ਿਆਂ ਦੇ ਅੰਦਰ ਪ੍ਰਵੇਸ਼ ਕਰਨਾ ਪਏਗਾ। ਕਬੀਰ ਇਸ ਨੂੰ ਕਹਿੰਦੇ ਨੇ, ਮੂੰਦ ਲਿਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਮਾਂ ਦੇ ਗਰਭ ਦੇ ਚ ਜੈਸੇ ਗਿਆਨ ਇੰਦਰੀਆਂ ਦੇ ਦੁਆਰ ਬੰਦ ਸਨ, ਕਬੀਰ ਮੈਂ ਫਿਰ ਬੰਦ ਕਰ ਲਏ। ਮੈਂ ਅੱਖਾਂ ਬੰਦ ਕਰ ਲਾਂ, ਮੈਂ ਕੰਨ ਬੰਦ ਕਰ ਲਏ ਨੇ, ਮੈਂ ਰਸਨਾ ਬੰਦ ਕਰ ਲਏ, ਮੈਂ ਨਾਸਕਾ ਬੰਦ ਕਰ ਲਈ ਹੈ, ਮੈਂ ਖਲੜੀ ਦਾ ਦੁਆਰ ਕਰ ਲਿਆ। ਤੁਸੀਂ ਆਖੋਗੇ ਕਿਆ ਐਸਾ ਸੰਭਵ ਹੈ? ਹਾਂ, ਸੰਭਵ ਹੈ। ਕਬੀਰ ਕਹਿੰਦੇ ਨੇ ਹੁਣ ਅੱਖਾਂ ਖੁੱਲੀਆਂ ਨੇ, ਧਿਆਨ ਬਾਹਰ ਨਹੀਂ ਜਾਂਦਾ, ਕੰਨ ਮੇਰੇ ਖੁੱਲੇ ਨੇ, ਧਿਆਨ ਬਾਹਰ ਨਹੀਂ ਜਾਂਦਾ, ਰਸਨਾ ਰਸ ਮਾਣਦੀ ਹੈ, ਧਿਆਨ ਬਾਹਰ ਨਹੀਂ ਜਾਂਦਾ, ਨਾਸਕਾ ਤੇ ਖਲੜੀ ਦੇ ਰਾਹੀਂ ਇਹ ਹੁਣ ਧਿਆਨ ਮੇ ਬਾਹਰ ਨਹੀਂ ਜਾਂਦਾ, ਅੰਤਰਮੁਖੀ ਮੈਂ ਹੋ ਗਿਆ, ਇਹ ਦੁਆਰ ਮੈਂ ਬੰਦ ਤੇ। ਕਹਿੰਦੇ ਨੇ ਇੱਕ ਤੇ ਮਾਤਾ ਦੇ ਗਰਭ ਦੇ ਚ ਇਹ ਦੁਆਰ ਬੰਦ ਨੇ, ਇੱਕ ਸਮਾਧੀ ਲੀਨ ਜੋ ਪੁਰਸ਼ ਹੈ ਉਸ ਦੇ ਦੁਆਰ ਬੰਦ, ਬਾਕੀ ਸਭ ਦੇ ਖੁੱਲੇ ਨੇ ਇਹ ਦੁਆਰ, ਤੇ ਬਾਕੀ ਸਾਰਿਆਂ ਦਾ ਧਿਆਨ ਇਹਨਾਂ ਦੁਆਰਾਂ ਦੇ ਰਾਹੀਂ, ਇਹਨਾਂ ਦਰਵਾਜ਼ਿਆਂ ਦੇ ਰਾਹੀਂ ਬਾਹਰ ਭਟਕਦਾ ਰਹਿੰਦਾ ਹੈ। ਸਾਹਿਬ ਕਹਿੰਦੇ ਨੇ, ਮੂੰਦ ਲਿਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਦਰਅਸਲ ਦੀ ਸਾਰੀ ਸਾਧਨਾ ਵੀ ਇਹਨਾਂ ਦਰਵਾਜ਼ਿਆਂ ਨੂੰ ਬੰਦ ਕਰਨ ਦੇ ਦੇਖਣ ਦੇ ਚਾਹੁੰਦਾ ਹੈ ਕਿ ਮਨੁੱਖ ਮਨ ਦੇ ਦਰਵਾਜ਼ੇ ਖੋਲ ਲੈਂਦਾ ਹੈ, ਗੁਰਦੁਆਰਿਆਂ ਦੇ ਦਰਵਾਜ਼ੇ ਖੋਲ ਲੈਂਦਾ ਹੈ, ਮਸਜਿਦਾਂ ਦੇ ਬੂਹੇ ਲੈਂਦਾ ਹੈ ਔਰ ਅੰਦਰ ਪ੍ਰਵੇਸ਼ ਕਰ ਲੈਂਦਾ ਹੈ। ਪਰ ਐਸਾ ਧਰਮ ਦਾ ਜਿਹੜਾ ਹੈ, ਧਰਮ ਦਾ ਜਿਹੜਾ ਗਿਆਨ ਹੈ ਉਹ ਇਹ ਹੈ ਕਿ ਪੁਰਖਾ ਜੀਵਨ ਦੁਆਰ ਤੇ ਬੰਦ ਕਰਨੇ ਪੈਣਗੇ ਤਾਂ ਕਿ ਧਿਆਨ ਪਰ ਨਾ ਆਵੇ। ਤੂੰ ਮੰਦਰ ਦੇ ਅੰਦਰ ਪ੍ਰਵੇਸ਼ ਕੀਤਾ ਹੈ, ਹੁਣ ਧਿਆਨ ਜੀਵਨ ਮੰਦਰ ਦੇ ਵਿੱਚ ਪ੍ਰਵੇਸ਼ ਕਰੇ। ਤੂੰ ਮਸਜਿਦ ਅੰਦਰ ਪ੍ਰਵੇਸ਼ ਕੀਤਾ ਹੈ, ਹੁਣ ਜੀਵਨ ਦੀ ਮਸਜਿਦ ਦੇ ਵਿੱਚ ਪ੍ਰਵੇਸ਼ ਕਰ। ਤੂੰ ਗੁਰਦੁਆਰੇ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਹੁਣ ਜੀਵਨ ਦੀ ਧਾਲ ਦੇ ਵਿੱਚ ਪ੍ਰਵੇਸ਼ ਕਰ, ਤੇ ਪ੍ਰਵੇਸ਼ ਕਰਕੇ ਦੁਆਰ ਬੰਦ ਕਰ ਦੇ ਕਿ ਫਿਰ ਬਾਹਰ ਨਾ ਨਿਕਲੇ। ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਸਮਾਧੀ ਲੀਨ। ਬਕਾਲ ਦੇ ਜਿਹੜੀ ਅਵਸਥਾ ਸੀ, ਫਿਰ ਉਸਨੇ ਪ੍ਰਾਪਤ ਕਰ ਲਈ ਸਾਧਨਾ ਕਰਦਿਆਂ। ਤੋ ਸਤਜੁਗ ਜੀਵਨ ਦਾ ਗਰਭਕਾਲ, ਗਰਭਕਾਲ ਦੇ ਜੈਸੇ ਬੱਚਾ ਸਮਾਧੀ ਚ ਹੈ, ਸਤਜੁਗੀ ਜੀਵ ਸਮਾਧੀ ਦੇ ਚ ਹੈ, ਕਿਉਂਕਿ ਉਹਦੇ ਕੋਲ ਹੈ, ਕਿਉਂਕਿ ਉਸਦੇ ਕੋਲ
ਸੰਤੋਖ ਹੈ। ਬਹੁ ਗਿਣਤੀ ਦੇ ਵਿੱਚ ਜਦ ਲੋਕਾਂ ਦੇ ਕੋਲ ਧਰਮ ਸੀ ਤੇ ਸੰਤੋਖ ਸੀ, ਉਸ ਯੁੱਗ ਨੂੰ ਸਤਯੁਗ ਕਹਿਣਾ ਪਿਆ। ਸਾਹਿਬ ਨੇ ਸਤਯੁਗ ਰਥ ਸੰਤੋਖ ਕਾ ਧਰਮ ਅਗੇ ਵਾਓ। ਸਮੇਂ ਦੀ ਧਾਰਾ ਚੱਲਦੀ ਰਹੀ ਔਰ ਜਿੰਦੇ ਰੂਪ ਰੰਗ ਬਦਲਦੇ ਰਹੇ, ਜ਼ਿੰਦਗੀ ਦੇ ਲਕਸ਼ ਬਦਲਦੇ ਰਹੇ, ਪ੍ਰਾਪਤੀ ਦੇ ਸਾਧਨ ਬਦਲਦੇ ਰਹੇ। ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ ਤੀਸਰਾ ਯੁੱਗ, ਥੱਲੋਂ ਕਲਯੁਗ ਤੋਂ ਸ਼ੁਰੂ ਕਰੀਏ, ਦੂਜਾ ਯੁੱਗ ਦੁਆਪਰ, ਤੀਜਾ ਯੁੱਗ ਤਾ ਔਰ ਚੌਥਾ ਯੁੱਗ ਸਤਯੁਗ। तो चौथा युग सतयुग है। इंज थल्लों गिनती करिए, उपरों गिनती करिए तो सुग पहला बनता है, पर यह गिनती पूरी नहीं उतरती। अगर सतयुग नूं पहला गिन लीए तो इस तो बाद आंदा है त्रेता, त्रेते दा तीसरा युग। ये गिनती ठीक नहीं है। सतयुग चौथा युग है, तीजा युग है, द्वापर दूजा युग है, कलयुग पहला युग है जिस विच असीं जी रहे हैं। इत्थों गिनती आरंभ करिए तां ये तरतीब ठीक बनती है। उपरों गिनती करिए तां फिर ये तरतीब ठीक नहीं। सतगुरु कहते ने ये जो चौथा युग सतयुग है, दरअसल ये जीवन का बचपना, बचपने च मासूमियत है, पवित्रता है। सतयुगी जीव को सोख है, धर्म है, पवित्रता है, मासूमियत है। बहुगिणत जद लोग इस ढंग नाल जीवदे सन, उस युग नूं सतयुग आखना पिया। त्रेते रथ जते का जोर अगे रथवा। जिंदगी का लक्ष्य ये हो गया कि जोर चाहिए, ताकत चाहिए, तन दे शक्ति चाहिए। तो तन दे शक्ति ते तां ही सकेगी जे जत होवे। जत तो बिना शरीर दे शक्ति वधाई नहीं जा सकती। साहिब कहते ने जीवन का तीसरा युग सी जद मन जिंदगी का निशाना रखिया जोर, ताकत, जी शक्ति ते जीवन शक्ति जत तो बिना प्राप्त होंदी नहीं। जद बहु गिणती दे लोगी जती होवन ते जिंदगी दा लक्ष्य ताकत होवे, शक्ति होवे, इस तरह के युग नूं कहंदे ने त्रेता युग। द्वापर रथ ते का सत अगै रथवा। जद जिंदगी दा मकसद होवे सत दी प्राप्ति, उच्चे इखलाक दी प्राप्ति, उच्चे आचरण प्राप्ति, सत ईश्वर दी प्राप्ति, तो फिर प्राप्त साधन है तप। तप तो बिना सत दी प्राप्ति नहीं। तो साहिब कहते जद कोई जीवन का लक्ष्य सत रख लवे ते प्राप्ति का साधन उहदे कोल तप होवे, ओ युग द्वापुर है। द्वापुर रथ तपे सत अगे रथवाओ, कल जुग रथ अगना कूड़ अगे रथवाओ। जिंदगी अगर तृष्णालु है ते तृष्णा दी पूर्ति ते कूड़ दे आसरे ते होवेगी, झूठ दे आसरे ते होवेगी। झूठ ही झूठ होवे, तृष्णा ही चारों पासे पसरी होवे। इस तरह दी युग नूं नानक देव जी महाराज कल युग कहंदे ने। अजोके समय च झूठ और तृष्णा शिखर ते पहुंची हुई है। अगर कोई सत बोले भी यकीन नहीं, क्योंकि झूठ इतना व्यापक है, मनुख छेती मन लेंदा है, सच नहीं मनदा। बंदे बारे ये आखिए ये चोर है, मनुख एकदम मनदा है। इसे बंदे बारे ये आखिए ये ब्रह्म ज्ञानी है, ये सत्यवादी है, मनुख दे अंदर संदेह है, शक है। किसी मनुख बारे आखिए ये निंदक है, बदमाश है, डकैत, दुराचारी है, मनुख बिना सबूत ते मन लेंदा है। पर जे सदाचारी है, सतवादी है, आनंदमयी है, समाधि लीन है, तो फिर सबूत मंगदा है। संदेह है, संदेह है, झूठ ते विश्वास है। क्यों कि चाहे पासे झूठ ही झूठ है। इस वास्ते महाराज ते कहंदे ने प्रधानता ही अज दे युग दे झूठ दी है। कूड़ फिरे प्रधान वे ला लो। हर समाज दे खिते दे राजनीतिक दुनिया दे धार्मिक पसारे दे झूठ प्रधान है। हर पासे प्रधानगी इसदी है। कबीर ने इसनूं कहा है मार मार सलपनी निर्मल जल पैठी। ये झूठ अपनी समाज दे सरोवर नूं गंदा कर चुकी है, राजी दे तलाब नूं गंदा कर चुकी है। पर हुण धर्म सरोवर नूं भी इसने भ्रष्ट कीता है, अपवित्र कीता है। सरोवर सारे इसने मैले करके रख दिते। राजनीतिक दुनिया दे समाजिक दुनिया दे झूठ ते अगर धर्म भी झूठ दे आसरे ते होवे, धर्म दियां अनंत साखियां कहानियां
ਜੇ ਇਹਨਾਂ ਨੂੰ ਸੱਚਾ ਕਸੌਟੀ ਤੇ ਪਰਖੀਏ ਤਾਂ ਉਹ ਪੂਰੀਆਂ ਜੋ ਹੈ ਨਹੀਂ ਉਤਰਦੀਆਂ। ਮਹਾਰਾਜ ਕਹਿੰਦੇ ਨੇ ਜਦ ਤ੍ਰਿਸ਼ਨਾ ਪ੍ਰਧਾਨ ਹੋਵੇ ਤੇ ਤ੍ਰਿਸ਼ਨਾ ਪੂਰਤੀ ਦਾ ਸਾਧਨ ਝੂਠ ਹੋਵੇ ਔਰ ਇਹ ਬਹੁ ਗਿਣਤੀ ਦੇ ਚੱਲ ਪਵੇ ਤੇ ਇਸ ਤਰ੍ਹਾਂ ਦੇ ਕਹਿੰਦੇ ਨੇ ਕਲ ਯੁੱਗ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ 'ਚ ਯੁੱਗਾਂ ਦੀ ਵਿਆਖਿਆ ਇਸ ਢੰਗ ਨਾਲ ਹੈ। ਆਪ ਕਹਿੰਦੇ ਨੇ ਜੀਵਨ ਦੇ ਲਕਸ਼ ਬਦਲ, ਯੁੱਗ ਬਦਲ ਜਾਂਦੇ ਨੇ। ਸੂਰਜ ਚੰਦ ਤਾਂ ਉਹੀ ਰਹਿੰਦੇ ਨੇ, ਦਰਿਆ ਉਹੀ ਰਹਿੰਦੇ ਨੇ, ਪ੍ਰਿਥਵੀ ਉਹੀ ਰਹਿੰਦੀ ਹੈ, ਆਸਮਾਨ ਉਹੀ ਰਹਿੰਦਾ ਹੈ। ਜ਼ਿੰਦਗੀ ਦੇ ਲਕਸ਼ ਬਦਲਦੇ ਨੇ, ਯੁੱਗ ਬਦਲ ਗਿਆ। ਜੀਵਨ ਦੇ ਲਕਸ਼ ਬਦਲਦੇ ਨੇ, ਪ੍ਰਾਪਤੀ ਦੇ ਸਾਧਨ ਬਦਲਦੇ ਨੇ, ਤਾਂ ਵਾਸਤ ਹਕੀਕਤ ਦੇ ਵਿੱਚ ਉਹਨੂੰ ਕਹਿ ਦਿੱਤਾ ਜਾਂਦਾ ਹੈ ਯੁੱਗ ਬਦਲ ਗਿਆ, ਸਮਾਂ ਬਦਲਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਲਸਫਾਨਾ ਢੰਗ ਨਾਲ ਇਹਨਾਂ ਯੁੱਗਾਂ ਦੀ ਆਪਣੇ ਢੰਗ ਨਾਲ ਵਿਆਖਿਆ ਕੀਤੀ ਹੈ। ਅਗਲੇ ਸ਼ਲੋਕ ਇਹਨਾਂ ਹੀ ਯੁੱਗਾਂ ਦਾ ਆਪਣੇ ਢੰਗ ਨਾਲ ਖੁਲਾਸਾ ਕਰਨਗੇ।